ਸਬਸਕ੍ਰਾਈਬ ਗੁਰੂ ਜਹਾਨ। ਦੋਸਤੋ, ਜੇ ਗੱਲ ਹੋਵੇ ਐਕਸਪੈਰੀਮੈਂਟ ਦੀ ਤਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਨਤੀਜਾ ਕੀ ਹੋਵੇਗਾ। ਪਰ ਅਜਿਹੇ ਖੌਫਨਾਕ ਐਕਸਪੈਰੀਮੈਂਟ ਜਿਸ ਵਿੱਚ ਲੋਕ ਖੁਦ ਦੇ ਸਰੀਰ ਦਾ ਮਾਸ ਕੱਢ ਕੇ ਖਾਣ ਲੱਗ ਜਾਣ, ਸਾਨੂੰ ਅਜਿਹਾ ਸੋਚਣ ਵਿੱਚ ਵੀ ਡਰ ਲੱਗਦਾ ਹੈ। ਐਕਸਪੈਰੀਮੈਂਟ ਲਈ ਜਾਨਵਰਾਂ ਨੂੰ ਵਰਤਣਾ ਤਾਂ ਇੱਕ ਆਮ ਜੀ ਗੱਲ ਹੈ, ਪਰ ਅੱਜ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਇੱਕ ਅਜਿਹੇ ਐਕਸਪੈਰੀਮੈਂਟ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਕਿਉਂਕਿ ਇਹ ਐਕਸਪੈਰੀਮੈਂਟ ਇੰਨਾ ਜ਼ਿਆਦਾ ਖਤਰਨਾਕ ਸੀ ਕਿ ਇਸ ਨੇ ਇਨਸਾਨਾਂ ਨੂੰ ਜਿਉਂਦੇ ਜੀ ਸ਼ੈਤਾਨ ਬਣਾ ਦਿੱਤਾ। ਦੋਸਤੋ, ਅਸੀਂ ਗੱਲ ਕਰ ਰਹੇ ਹਾਂ 1940 ਵਿੱਚ ਕੀਤੇ ਜਾਣ ਵਾਲੇ ਰਸ਼ੀਅਨ ਸਲੀਪ ਐਕਸਪੈਰੀਮੈਂਟ ਬਾਰੇ, ਜਿਸ ਦਾ ਉਦੇਸ਼ ਕੁਝ ਐਦਾਂ ਦੀ ਦਵਾਈ ਬਣਾਉਣ ਦਾ ਸੀ ਜਿਸ ਨਾਲ ਬੰਦਾ ਬਿਨਾਂ ਸੋਏ ਆਪਣੀ ਥਕਾਵਟ ਦੂਰ ਕਰ ਸਕੇ। ਅਸਲ ਦੇ ਵਿੱਚ ਰਸ਼ੀਅਨ ਸਾਇੰਟਿਸਟ ਚਾਹੁੰਦੇ ਸੀ ਕਿ ਉਹ ਅਜਿਹੀ ਦਵਾਈ ਤਿਆਰ ਕਰਕੇ ਆਪਣੇ ਸੈਨਿਕਾਂ ਨੂੰ ਦੇ ਸਕਣ, ਜਿਸ ਕਰਕੇ ਉਹ ਵਰਲਡ ਵਾਰ 2 ਦੇ ਵਿੱਚ ਆਪਣਾ ਸਿੱਕਾ ਜਮਾ ਲੈਣ। ਅਤੇ ਇਸ ਐਕਸਪੈਰੀਮੈਂਟ ਲਈ ਉਹਨਾਂ ਨੇ ਆਪਣੇ 5 ਕੈਦੀ ਲਏ ਅਤੇ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਜੇ ਉਹ 30 ਦਿਨ ਬਿਨਾਂ ਸੋਏ ਇੱਕ ਚੈਂਬਰ ਵਿੱਚ ਰਹਿਣਗੇ ਤਾਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ। ਅਤੇ ਦੋਸਤੋ, ਆਜ਼ਾਦ ਹੋਣ ਦੇ ਲਾਲਚ ਵਿੱਚ ਕੈਦੀਆਂ ਨੇ ਵੀ ਹਾਂ ਕਰ ਦਿੱਤੀ, ਜਿਸ ਦੇ ਚੱਲਦੇ ਉਹਨਾਂ ਨੂੰ ਖਾਣ ਪੀਣ, ਅਖਬਾਰ ਅਤੇ ਟਾਇਲਟ ਵਗੈਰਾ ਮੁਹੱਈਆ ਕਰਵਾਇਆ ਗਿਆ। ਅਤੇ ਨਾਲ ਹੀ ਉਹਨਾਂ ਉੱਤੇ ਨਿਗਾਹ ਰੱਖਣ ਲਈ ਸਾਇੰਟਿਸਟਾਂ ਨੇ 92 ਗਲਾਸ ਦਾ ਇਸਤੇਮਾਲ ਵੀ ਕੀਤਾ। ਫਿਰ ਆਪਣੇ ਐਕਸਪੈਰੀਮੈਂਟ ਨੂੰ ਅੱਗੇ ਵਧਾਉਣ ਲਈ ਵਿਗਿਆਨੀਆਂ ਨੇ ਨੀਂਦ ਨਾ ਆਉਣ ਵਾਲੇ ਪਦਾਰਥ ਨੂੰ ਗੈਸ ਵਿੱਚ ਬਦਲ ਕੇ ਚਾਰੇ ਪਾਸਿਆਂ ਤੋਂ ਬੰਦ ਇਸ ਚੈਂਬਰ ਦੇ ਵਿੱਚ ਪਾ ਦਿੱਤਾ। ਇਸ ਤੋਂ ਇਲਾਵਾ ਖੁੱਲੀ ਮਾਤਰਾ ਦੇ ਵਿੱਚ ਆਕਸੀਜਨ ਵੀ ਚੈਂਬਰ ਦੇ ਵਿੱਚ ਛੱਡੀ ਗਈ। ਪਹਿਲੇ 3 ਦਿਨ ਤਾਂ ਕੈਦੀ ਬਿਲਕੁਲ ਨਹੀਂ ਸੋਏ। ਇਹ ਦੇਖ ਕੇ ਸਾਇੰਟਿਸਟਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਅਤੇ ਉਹ ਸੋਚਣ ਲੱਗੇ ਕਿ ਉਹ ਸਫਲ ਹੋ ਗਏ ਨੇ। ਪਰ ਇੱਕ ਹਫ਼ਤੇ ਬਾਅਦ ਕੈਦੀਆਂ ਨੇ ਆਪਸ ਦੇ ਵਿੱਚ ਗੱਲਬਾਤ ਕਰਨੀ ਬਿਲਕੁਲ ਹੀ ਬੰਦ ਕਰ ਦਿੱਤੀ ਅਤੇ ਆਪਣੇ ਆਪ ਵਿੱਚ ਹੀ ਕੁਝ ਨਾ ਕੁਝ ਬੜਬੜਾਉਣ ਲੱਗ ਪਏ। ਪਰ 11 ਦਿਨਾਂ ਬਾਅਦ ਤਾਂ ਉਹ ਹੋਇਆ ਜੋ ਸੋਚਿਆ ਵੀ ਨਹੀਂ ਸੀ। ਇਹਨਾਂ 11 ਦਿਨਾਂ ਬਾਅਦ ਇੱਕ ਕੈਦੀ ਉੱਠਿਆ ਤੇ ਉੱਚੀ ਉੱਚੀ ਰਿੰਗਣ ਲੱਗ ਪਿਆ। ਉਸਨੇ ਇੰਨੀ ਉੱਚੀ ਰੌਲਾ ਪਾਇਆ ਕਿ ਉਸਦੇ ਗਲੇ ਦੇ ਵੋਕਲ ਕਾਰਡ ਫਟ ਗਏ। ਹੁਣ ਉਹ ਕੈਦੀ ਬੋਲਣ ਦੇ ਲਾਇਕ ਵੀ ਨਹੀਂ ਰਿਹਾ। ਪਰ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਬਾਕੀ 4 ਕੈਦੀਆਂ ਨੂੰ ਇਸ ਗੱਲ ਦੇ ਨਾਲ ਕੋਈ ਵੀ ਫਰਕ ਨਹੀਂ ਪਿਆ। 15 ਦਿਨ ਬੀਤਣ ਤੇ ਉਹਨਾਂ ਕੈਦੀਆਂ ਨੇ ਅਖਬਾਰ ਨੂੰ ਪਾੜ ਕੇ ਉਸ ਉੱਤੇ ਮਲ ਮੂਤਰ ਲਗਾ ਕੇ ਚੈਂਬਰ 'ਚ ਲੱਗੇ 92 ਗਲਾਸ ਉੱਤੇ ਚਿਪਕਾ ਦਿੱਤਾ ਤਾਂ ਕਿ ਬਾਹਰ ਬੈਠੇ ਸਾਇੰਟਿਸਟ ਅੰਦਰ ਕੁਝ ਵੀ ਨਾ ਦੇਖ ਸਕਣ। 2 ਦਿਨਾਂ ਤੱਕ ਤਾਂ ਵਿਗਿਆਨੀਆਂ ਨੇ ਕੁਝ ਨਹੀਂ ਕੀਤਾ, ਪਰ 2 ਦਿਨ ਬਾਅਦ ਜਦੋਂ ਸਾਇੰਟਿਸਟ ਚੈਂਬਰ ਅੰਦਰ ਗਏ ਤਾਂ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਕਿਉਂਕਿ ਚੈਂਬਰ ਅੰਦਰ ਫਰਸ਼ ਉੱਤੇ ਖੂਨ ਦੇ ਛਿੱਟੇ ਅਤੇ ਮਾਂਸ ਦੇ ਟੁਕੜੇ ਪਏ ਸੀ। ਇਹ ਕੈਦੀ ਇੱਕ ਦੂਜੇ ਦਾ ਨਹੀਂ ਬਲਕਿ ਆਪਣਾ ਮਾਸ ਖਾਣ ਲੱਗ ਪਈ ਸੀ ਅਤੇ ਜੋ ਖਾਣਾ ਉਹਨਾਂ ਨੂੰ ਮਿਲਦਾ ਸੀ ਉਹ ਤਾਂ ਉਹਨਾਂ ਨੇ ਖਾਣਾ ਹੀ ਛੱਡ ਦਿੱਤਾ, ਜਿਸ ਦੇ ਚੱਲਦਿਆਂ ਉਹਨਾਂ ਦੇ ਹੱਥਾਂ ਪੈਰਾਂ ਦੀਆਂ ਹੱਡੀਆਂ ਬਾਹਰ ਆ ਗਈਆਂ ਅਤੇ ਉਹਨਾਂ ਦੀਆਂ ਸ਼ਕਲਾਂ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਡਰਾਵਨੀਆਂ ਹੋ ਗਈਆਂ ਸੀ। ਸਾਇੰਟਿਸਟਾਂ ਨੇ ਸੋਚਿਆ ਕਿ ਇਹਨਾਂ ਕੈਦੀਆਂ ਦਾ ਇਲਾਜ ਕਰਾਉਣਾ ਪਵੇਗਾ ਅਤੇ ਜੇ ਉਹ ਠੀਕ ਹੋ ਜਾਂਦੇ ਨੇ ਤਾਂ ਇਹੀ ਐਕਸਪੈਰੀਮੈਂਟ ਉਹਨਾਂ ਉੱਤੇ ਦੁਬਾਰਾ ਕੀਤਾ ਜਾਵੇਗਾ। ਅਤੇ ਜਦੋਂ ਚੈਂਬਰ ਦੀ ਗੈਸ ਬੰਦ ਹੋਈ ਤਾਂ ਕੈਦੀਆਂ ਨੇ ਰੌਲਾ ਪਾ ਦਿੱਤਾ ਕਿ ਅਸੀਂ ਰਿਹਾ ਨਹੀਂ ਹੋਣਾ ਚਾਹੁੰਦੇ, ਸਾਨੂੰ ਇਸੇ ਚੈਂਬਰ ਦੇ ਵਿੱਚ ਰੱਖਿਆ ਜਾਵੇ। ਹੁਣ ਤੁਸੀਂ ਸੋਚ ਸਕਦੇ ਹੋ ਕਿ ਇਹ ਮੰਜ਼ਰ ਕਿੰਨਾ ਜ਼ਿਆਦਾ ਖਤਰਨਾਕ ਹੋਵੇਗਾ, ਕਿਉਂਕਿ ਹੁਣ ਉਹਨਾਂ ਦੀਆਂ ਸ਼ਕਲਾਂ ਕਿਸੇ ਸ਼ੈਤਾਨ ਤੋਂ ਘੱਟ ਨਹੀਂ ਸੀ। ਪਰ ਸਾਇੰਟਿਸਟ ਇਹ ਨਹੀਂ ਸਮਝ ਪਾ ਰਹੇ ਸੀ ਕਿ ਅਸਲ ਦੇ ਵਿੱਚ ਹੋਇਆ ਕੀ ਹੈ। ਹਾਲਾਂਕਿ ਹਸਪਤਾਲ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਮਾਰਫਿਲ ਦੇ ਇੰਜੈਕਸ਼ਨ ਦੇ ਕੇ ਵੀ ਉਹਨਾਂ ਨੂੰ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ 8 ਇੰਜੈਕਸ਼ਨ ਵੀ ਉਹਨਾਂ ਨੂੰ ਬੇਹੋਸ਼ ਨਾ ਕਰ ਸਕੇ ਅਤੇ ਇਹ ਕੈਦੀ ਬਾਰ-ਬਾਰ ਉਸੇ ਚੈਂਬਰ ਵਿੱਚ ਜਾਣ ਦੀ ਜਿੱਦ ਕਰ ਰਹੀ ਸੀ। ਪਰ ਇਹਨਾਂ ਨੂੰ ਹਸਪਤਾਲ ਦੇ ਵਿੱਚ ਹੀ ਰੱਖਿਆ ਗਿਆ ਅਤੇ ਬੇਹੋਸ਼ ਨਾ ਹੋਣ ਕਰਕੇ ਉਹਨਾਂ ਦੇ ਹੋਸ਼ੋ ਹਵਾਸ ਵਿੱਚ ਹੀ ਉਹਨਾਂ ਦਾ ਆਪਰੇਸ਼ਨ ਵੀ ਕੀਤਾ ਗਿਆ। ਦੋਸਤੋ, ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਹ ਆਪਰੇਸ਼ਨ ਵਕਤ ਵੀ ਹੱਸ ਰਹੀ ਸੀ। ਆਪਰੇਸ਼ਨ ਦੌਰਾਨ ਕੁਝ ਕੈਦੀ ਮਰ ਗਏ ਅਤੇ ਬਾਕੀ ਰਹਿੰਦਿਆਂ ਨੂੰ ਉਸੇ ਚੈਂਬਰ ਦੇ ਵਿੱਚ ਛੱਡਿਆ ਗਿਆ। ਚੈਂਬਰ 'ਚ ਆਉਣ ਤੋਂ ਬਾਅਦ ਉਹਨਾਂ ਨੇ ਪੁਰਾਣੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਤੋਂ ਆਪਣਾ ਹੀ ਮਾਸ ਖਾਣ ਲੱਗ ਪਏ। ਹੁਣ ਵਿਗਿਆਨੀਆਂ ਨੇ ਸੋਚਿਆ ਕਿ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ ਅਤੇ ਇਸ ਐਕਸਪੈਰੀਮੈਂਟ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ।
ਪਰ ਇਹ ਐਕਸਪੈਰੀਮੈਂਟ ਤਾਂ ਰਸ਼ੀਆ ਦੀ ਆਰਮੀ ਦੇ ਕਿਸੇ ਕਮਾਂਡਰ ਦੇ ਹੱਥ ਸੀ, ਜਿਸ ਨੇ ਐਕਸਪੈਰੀਮੈਂਟ ਬੰਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਹੋਰ ਤਾਂ ਹੋਰ ਉਸ ਕਮਾਂਡਰ ਨੇ ਕਿਹਾ ਕਿ ਵਿਗਿਆਨੀ ਖੁਦ ਉਹਨਾਂ ਕੈਦੀਆਂ ਨਾਲ ਉਸ ਚੈਂਬਰ ਦੇ ਵਿੱਚ ਰਹਿਣ ਅਤੇ ਦੇਖਣ ਕਿ ਉਹ ਕੈਦੀ ਕੀ ਕਰਦੇ ਨੇ। ਇਹ ਸੁਣਦੇ ਹੀ ਇੱਕ ਵਿਗਿਆਨੀ ਨੇ ਉਸ ਕਮਾਂਡਰ ਨੂੰ ਗੋਲੀ ਮਾਰ ਦਿੱਤੀ ਅਤੇ ਉਸੇ ਵਿਗਿਆਨੀ ਨੇ ਚੈਂਬਰ ਅੰਦਰ ਜਾ ਕੇ ਸਾਰੇ ਕੈਦੀਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੋਸਤੋ, ਹਾਈ ਕਮਾਂਡ ਦੇ ਡਰ ਤੋਂ ਉਸ ਵਿਗਿਆਨੀ ਨੇ ਵੀ ਉਸੇ ਚੈਂਬਰ ਦੇ ਵਿੱਚ ਖੁਦਕੁਸ਼ੀ ਕਰ ਸਬਸਕ੍ਰਾਈਬ ਗੁਰੂ ਜਹਾਨ।